ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 103 ਅੰਗ ਤੇ ਪਾਵਨ ਪਵਿੱਤਰ ਕਥਾ ਬਖਸ਼ਿਸ਼ ਕਰ ਰਹੇ ਨੇ। 29 ਸ਼ਬਦ ਕੱਲ ਦੁਪਹਿਰ ਤੱਕ ਹੋਏ ਸਨ, 1:15 ਵਜੇ ਤੱਕ। ਸਵੇਰ ਦੀ ਕਥਾ ਦੇ ਵਿੱਚ ਅੱਜ ਮਹਾਰਾਜ ਬਖਸ਼ਿਸ਼ ਕਰ ਰਹੇ ਨੇ 30ਵਾਂ ਸ਼ਬਦ। ਇਹਦੇ ਨਾਲ ਨਾਲ ਅੱਜ ਦਾ ਮਹਾਨ ਦਿਹਾੜਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ, ਮਹਾਨ ਪੁਰਖ, ਸ਼ਹੀਦਾਂ ਦੇ ਜਥੇਦਾਰ, ਵਿਦਿਆ ਮਾਰਤੰਡ ਪੂਰਨ ਬ੍ਰਹਮ ਗਿਆਨੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ। ਸੋ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਉਹਨਾਂ ਦਾ ਜੋ ਸ਼ਹੀਦੀ ਦਾ ਸਾਰਾ ਔਰ ਪਿੱਛੋਂ ਲੈ ਕੇ ਜੀਵਨ ਬਿਰਤਾਂਤ 10 ਮਿੰਟ ਸ਼ਰਵਣ ਕਰਾਂਗੇ। ਬਾਅਦ ਵਿੱਚ ਸਤਿਗੁਰੂ ਬਖਸ਼ਿਸ਼ ਕਰਨਗੇ। ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਾਝ ਰਾਗ ਦੇ ਵਿੱਚ ਬਹੁਤ ਅੰਮ੍ਰਿਤਮਈ, ਸ਼ਰਧਾ ਵਾਲੀ, ਪ੍ਰੇਮ ਭਾਵਨਾ ਵਾਲੀ ਅੰਮ੍ਰਿਤ ਬਾਣੀ, ਗੁਰਸਿੱਖਾਂ ਦੇ ਅੰਦਰ ਦੀ ਭਾਵਨਾ ਨੂੰ ਜਗਾਉਣ ਵਾਲੀ ਬਾਣੀ, ਸ਼ਰਧਾ ਪੈਦਾ ਕਰਨ ਵਾਲੀ ਬਾਣੀ ਅਤੇ ਗੁਰਾਂ ਦਾ ਬਾਣੀ ਨਾਲ ਕਿੰਨਾ ਪਿਆਰ ਹੈ। ਸਾਡੇ ਮਨਾਂ ਦੇ ਅੰਦਰ ਸਤਿਗੁਰੂ ਬਾਣੀ ਦਾ ਪਿਆਰ ਪੈਦਾ ਕਰਦੇ ਹਨ। ਔਰ ਇਸ ਪ੍ਰਕਾਰ ਬਚਨ ਫਰਮਾਉਂਦੇ ਮਹਾਰਾਜ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਐੜੇ ਉੱਤੇ ਟਿੱਪੀ ਹੈ, ਮੰਮੇ ਸਿਹਾਰੀ ਪੈਰ ਚਰਾਰਾ ਤੱਤਾ। ਕਈ ਵਾਰ ਟਿੱਪੀ ਤੋਂ ਬਿਨਾਂ ਆਉਂਦਾ ਹੈ। ਸੋ ਅੰਮ੍ਰਿਤ, ਇੱਥੇ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਇਹ ਵਾਹਿਗੁਰੂ, ਤੁਹਾਡੀ ਜੋ ਇਹ ਹਰ ਹਰ ਦੀ ਨਾਮ ਬਾਣੀ ਅੰਮ੍ਰਿਤ ਰੂਪ ਹੈ, ਜੋ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦੀ ਨਾਮ ਬਾਣੀ ਅੰਮ੍ਰਿਤ ਰੂਪ ਹੈ, ਜਿਸ ਨੂੰ ਸੁਣ ਕੇ, ਕੰਨਾਂ ਨਾਲ ਸੁਣ ਕੇ, ਸੁਣਿਆ ਸਤ ਸੰਤੋਖ ਗਿਆਨ, ਸੁਣਦਿਆਂ ਸੁਣਦਿਆਂ ਮੇਰੀ ਪਰਮ ਗਤੀ ਹੋ ਰਹੀ। ਬਾਣੀ ਦੀ ਪਾਵਰ ਨੂੰ, ਤਾਕਤ ਨੂੰ ਦੱਸਦੇ ਨੇ ਕਿ ਇਹ ਬਾਣੀ ਕੀਰਤਨ ਦੇ ਵਿੱਚ ਇੰਨੀ ਦੇਰ ਕਿਉਂ ਕੋਈ ਬੈਠ ਕੇ ਸੁਣਦਾ, ਉਹਦਾ ਕੀ ਮਤਲਬ ਹੁੰਦਾ, ਕਿਉਂ ਕੋਈ ਇੰਨੀ ਦੇਰ ਤੱਕ ਬਹਿ ਕੇ ਕਥਾ ਸੁਣਦਾ, ਕਿਉਂ ਕੋਈ ਇੰਨੀ ਦੇਰ ਤੱਕ ਬੈਠ ਕਰਕੇ ਸਾਰਾ, ਕਈ ਵਾਰ ਅਖੰਡ ਪਾਠ ਸਾਹਿਬ 10ਵੇਂ ਪਾਤਸ਼ਾਹ ਨੇ ਆਪ ਸ਼ਰਵਣ ਕੀਤਾ। ਬਾਣੀ ਦਾ ਸ਼ਰਵਣ ਕਰਨਾ ਹੀ ਸਾਡੀ ਕਲਿਆਣ ਹੈ, ਕਿਉਂਕਿ ਇਹਦੇ ਵਿੱਚ ਜਿਹੜੀਆਂ ਗੁਪਤ ਕਿਰਿਆਵਾਂ ਹੁੰਦੀਆਂ ਨੇ ਉਹਨਾਂ ਦਾ ਆਮ ਜੀਵ ਨੂੰ ਨਹੀਂ ਪਤਾ ਹੁੰਦਾ। ਆਮ ਬੰਦਾ ਆਪਣੀ ਬੁੱਧੀ ਦੇ ਮੁਤਾਬਕ ਜਿੰਨਾ ਸੋਚ ਸਕਦਾ ਉਨਾ ਹੀ ਸੋਚਦਾ, ਪਰ ਇਹਦੇ ਅੰਦਰ ਬੜੀ ਗੁਪਤ ਕਿਰਿਆ ਜਿਹੜੀ ਹੁੰਦੀ ਹੈ ਸੁਣਨ ਦੇ ਨਾਲ ਹੀ। ਸੁਣ ਹਰ ਕਥਾ ਉਤਾਰੀ ਮੈਲ। ਜਦੋਂ ਕੰਨ ਵਿੱਚ ਬਾਣੀ ਪੈਂਦੀ ਹੈ, ਗੁਰੂ ਕੀ ਕਥਾ ਪੈਂਦੀ, ਕੀਰਤਨ ਪੈਂਦਾ, ਇਹ ਮਾਨੋ ਸਾਡੇ ਕੰਨਾਂ ਦੇ ਵਿੱਚ ਜਿਹੜੀ ਆਵਾਜ਼ ਜਾਂਦੀ ਹੈ, ਇਸ ਆਵਾਜ਼ ਵਿੱਚ ਹੀ ਇੰਨੀ ਤਾਕਤ ਹੈ। ਗੁਰਬਾਣੀ ਦੀ ਆਵਾਜ਼ ਵਿੱਚ ਸ਼ਕਤੀ ਇੰਨੀ ਹੈ ਕਿ ਸੁਣਦਿਆਂ ਸੁਣਦਿਆਂ ਹੌਲੀ ਹੌਲੀ 4 ਪੌੜੀਆਂ ਕਹੀਆਂ, 4 ਪੌੜੀਆਂ ਹੀ ਚੌਥੇ ਪਾਤਸ਼ਾਹ ਨੇ ਕਹੀਆਂ ਨੇ। ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਸੋ ਕਹਿਣ ਤੋਂ ਭਾਵ ਜਿਨ੍ਹਾਂ ਨੇ ਇਹ ਪ੍ਰੈਕਟੀਕਲ ਕੀਤਾ, ਗੁਰਬਾਣੀ ਨੂੰ ਸਿਰਫ ਸੁਣਨਾ, ਮੂੰਹ ਨਾਲ ਬੋਲਣਾ, ਕੰਨਾਂ ਨਾਲ ਸੁਣਨਾ। ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮਗਤ ਮੇਰੀ। ਸੁਣਨ ਨਾਲ ਹੀ ਕਲਿਆਣ ਹੋ ਜਾਂਦੀ ਹੈ। ਮਹਾਰਾਜ ਨੂੰ ਪਤਾ ਹੈ ਕਿ ਕਲਯੁਗ ਦਾ ਸਮਾਂ, ਕਈ ਨਹੀਂ ਵੀ ਪੜ੍ਹ ਸਕਦੇ, ਕਈ ਬੰਦੇ ਪਾਠ ਵੀ ਨਹੀਂ ਕਰ ਸਕਣਗੇ। ਸੋ ਇਸ ਕਰਕੇ ਗੁਰਾਂ ਨੇ ਸਭ ਦਾ ਧਿਆਨ ਰੱਖਿਆ। ਕੋਈ ਅਨਪੜ੍ਹ ਹੈ, ਕੋਈ ਗੁਰਸਿੱਖਤਾ ਹੈ ਪਰ ਬਚਪਨ ਤੋਂ ਲੈ ਕੇ ਸ਼ੁੱਧ ਪੰਜਾਬੀ ਗੁਰਮੁਖੀ ਲਿਪੀ ਪੜ੍ਹਿਆ ਹੀ ਨਹੀਂ ਹੈ। ਕੋਈ ਕੁਦਰਤ ਵੱਲੋਂ ਗੂੰਗਾ ਹੈ। ਮਹਾਰਾਜ ਕਹਿੰਦੇ ਸੁਣ ਲਓ ਬਸ। ਸੁਣਨਾ ਉਹਨਾਂ ਨੇ ਜਿਹੜਾ ਕੋਈ ਗੂੰਗਾ, ਕੋਈ ਅਨਪੜ੍ਹ ਹੈ। ਸੁਣਨਾ ਪੜ੍ਹਿਆ ਨੇ ਵੀ ਹੈ, ਪਰ ਉਹਨੇ ਆਪਦੇ ਮੂੰਹ ਨਾਲ ਬੋਲ ਕੇ ਫਿਰ ਆਪਣੇ ਕੰਨਾਂ ਦੁਆਰਾ ਵੀ ਸੁਣਨਾ। ਜਦੋਂ ਮਹਾਰਾਜ ਕਹਿੰਦੇ ਬਾਣੀ ਸ਼ਰਵਣ ਕਰਦੇ ਆ ਕੰਨਾਂ ਦੇ ਵਿੱਚ, ਇਹ ਸ਼ਰਵਣੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ। ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ।
ਸਿਰਫ ਸੁਣਨ ਨਾਲ ਹੀ ਰਸਨਾ ਵਿੱਚ ਰਸ ਆ ਜਾਂਦਾ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਣ ਸੁਣ ਕੇ ਕੀ ਹੁੰਦਾ, ਗੁਰਬਾਣੀ ਨੂੰ ਸੁਣਨ ਨਾਲ ਕੀ ਹੋ ਜਾਵੇਗਾ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸਤਿਗੁਰੂ ਕਹਿੰਦੇ ਦੇਖੋ, ਬਾਣੀ ਸੁਣਨ ਦੇ ਨਾਲ ਜਿਹੜੀ ਪਰਮ ਗਤੀ ਹੁੰਦੀ ਹੈ, ਪਰਮ ਤੋਂ ਭਾਵ ਵੱਡੀ ਗਤੀ ਹੁੰਦੀ ਕਲਿਆਣ, ਵੱਡੀ ਮੁਕਤੀ ਹੁੰਦੀ ਕੈਵਲ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਹਨੂੰ ਕਹਿੰਦੇ ਨੇ ਕੈਵਲ ਮੁਕਤੀ, ਪਰਮ ਗਤੀ ਹੋ ਗਈ। ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਬਾਣੀ ਕੰਨਾਂ ਨਾਲ ਸਿਰਫ ਸੁਣਨ ਨਾਲ ਹੀ ਅੰਦਰਲੀ ਜਲਨ ਬੁੱਝ ਜਾਂਦੀ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਗੁਰਬਾਣੀ ਅੰਦਰ ਇੰਨੀ ਤਾਕਤ ਹੈ, ਤੁਰਿਆ ਜਾਂਦਾ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ। ਵਜ਼ੀਰ ਖਾਂ ਜੋ ਵਜ਼ੀਰ ਸੀਗਾ ਅਕਬਰ ਦਾ, ਅੱਗੇ ਤੱਕ ਵੀ ਨਾਲ ਰਿਹਾ, ਜਹਾਂਗੀਰ ਨਾਲ ਵੀ ਰਿਹਾ, ਸ਼ਾਹਜਹਾਂ ਤੱਕ ਵੀ ਨਾਲ ਰਿਹਾ। ਉਹਦੇ ਪੇਟ ਦੇ ਵਿੱਚ ਜਲੌਧਰ ਦੀ ਬਿਮਾਰੀ ਸੀ। ਜਲੌਧਰ ਦਾ ਮਤਲਬ ਹੁੰਦਾ ਜਲ ਉਦਰ, ਉਦਰ ਨਾਮ ਪੇਟ ਦਾ, ਜਲ ਭਰ ਜਾਣਾ, ਪੇਟ 'ਚ ਪਾਣੀ ਪੈਣ ਲੱਗ ਜਾਂਦਾ। ਬਹੁਤ ਖਤਰਨਾਕ ਬਿਮਾਰੀ। ਸੋ ਇਹਦੇ ਨਾਲ ਬੰਦੇ ਨੂੰ ਬੜੀ ਤਕਲੀਫ ਹੁੰਦੀ ਹੈ, ਫਰੇਮਾ ਜਿਹਾ ਵੀ ਹੋ ਜਾਂਦਾ। ਤੁਰਿਆ ਜਾਂਦਾ ਸਿੱਖ ਪਾਠ ਕਰਦਾ, ਗਲੀ ਵਿੱਚੋਂ ਲੰਘਿਆ ਬਾਣੀ ਪੜ੍ਹਦਾ। ਇਹ ਬਿਮਾਰ ਹੈ, ਮੰਜੇ ਤੇ ਬੈਠਾ ਪਿਆ, ਆਵਾਜ਼ ਆਈ ਕੰਨੀ ਪਈ, ਮਨ ਨੂੰ ਟਿਕਾਓ ਜਿਹਾ ਬਣਿਆ, ਕੁਝ ਸ਼ਾਂਤੀ ਆਈ। ਜਿਵੇਂ ਸਮਝ ਲਓ ਭਈ ਗੁਰਾਂ ਨੇ ਹੁਣ ਕੌਤਕੀ ਵਰਤਾਉਣਾ, ਜਿਹਨੂੰ ਤਾਰਨਾ। ਭਾਗ ਚੰਗੇ ਹੋਣ ਤਾਂ ਬਾਣੀ ਚੰਗੀ ਲੱਗਦੀ। ਸਿਪਾਹੀ ਨੂੰ ਭੇਜ ਕੇ ਬੁਲਾਇਆ, ਫਲਾਣੇ ਸਿੱਖ ਨੂੰ ਬੁਲਾ ਕੇ ਲਿਆ। ਸਿੱਖ ਆਇਆ, ਵਜ਼ੀਰ ਖਾਂ ਨੇ ਬਹੁਤ ਸਤਿਕਾਰ ਕੀਤਾ। ਆਓ ਜੀ, ਬੈਠੋ ਜੀ, ਕੀ ਕੰਮ ਕਾਰ ਕਰਦੇ ਹੋ? ਕਹਿੰਦਾ ਜੀ ਬਸ ਕੰਮ ਤਾਂ ਜੋ ਮਿਲ ਗਿਆ ਕਰ ਲਈਦਾ, ਤੋ ਗੁਰੂ ਕੀ ਬਾਣੀ ਪੜ੍ਹੀ ਦੀ ਹੈ, 2 ਫੁਲਕੇ ਛਕ ਲੈਂਦੇ ਆ, ਸੁਖਮਨੀ ਸਾਹਿਬ ਦੇ ਪਾਠ ਕਰਨੇ। ਇਹ ਕਿਸ ਦੀ ਬਾਣੀ ਹੈ ਭਾਈ? ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਕਹਿਣ ਲੱਗਿਆ ਜੀ ਮੈਨੂੰ ਸੁਣ ਕੇ ਬਹੁਤ ਸ਼ਾਂਤੀ ਆਈ ਹੈ, ਮੈਨੂੰ ਤਕਲੀਫ ਬਹੁਤ ਜ਼ਿਆਦਾ ਹੈ, ਮੈਂ ਤੈਨੂੰ ਆਪਣੀ ਫੌਜ ਵਿੱਚ ਸਿਪਾਹੀ ਭਰਤੀ ਕਰ ਲੈਂਦਾ ਹਾਂ। ਉਹ ਕਹਿਣ ਲੱਗਿਆ ਜੀ ਮੈਂ ਇਹਨਾਂ ਜੰਜਾਲਾਂ 'ਚ ਨਹੀਂ ਪੈਣਾ ਚਾਹੁੰਦਾ, ਮੈਂ ਨਹੀਂ ਸਿਪਾਹੀ ਭਰਤੀ ਹੋਣਾ। ਵਜ਼ੀਰ ਖਾਨ ਕਹਿਣ ਲੱਗਿਆ ਕਾਗਜ਼ਾਂ 'ਚ ਭਰਤੀ ਹੋਵੇਗੀ, ਕੱਪੜੇ ਤੇਰੇ ਇਹੀ ਹੋਣਗੇ, ਤੂੰ ਸਿਰਫ ਮੇਰੇ ਕੋਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਈ, ਤੈਨੂੰ ਮਹੀਨੇ ਦੀ ਤਨਖਾਹ ਸਿਪਾਹੀ ਵਾਲੀ ਮਿਲੇਗੀ। ਕਹਿਣ ਲੱਗਿਆ ਜੀ ਫੇਰ ਤਾਂ ਠੀਕ ਹੈ। ਇਸ ਤਰ੍ਹਾਂ ਗੁਰਸਿੱਖ ਨੇ ਉਹਨੂੰ ਬਾਣੀ ਸੁਣਾਈ। ਕਾਫੀ ਆਰਾਮ ਆਉਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਉਹ ਬਿਮਾਰੀ ਮਿਟ ਗਈ। ਸਤਿਗੁਰੂ ਕਹਿੰਦੇ ਨੇ ਸਿਰਫ ਬਾਣੀ ਦੇ ਸੁਣਨ ਵਿੱਚ ਹੀ ਇੰਨੀ ਤਾਕਤ ਹੈ। ਪ੍ਰੈਕਟੀਕਲ ਕਰੋ ਖਾਲਸਾ, ਤੁਸੀਂ ਗੁਰਮੁਖ ਪਿਆਰੇ ਸੰਗਤ ਪ੍ਰੈਕਟੀਕਲ ਕਰੋ। 2 ਘੰਟੇ ਰੋਜ਼ ਕੀਰਤਨ ਹੀ ਸੁਣ ਲਓ। ਜਿਹੜਾ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਆਉਂਦਾ, ਸਿਰਫ ਸਮਾਧੀ ਲਾ ਕੇ ਕੋਲ ਬਹਿਣਾ ਜਾਂ ਦਰਸ਼ਨ ਕਰੀ ਜਾਣੇ ਤੇ ਕੀਰਤਨ ਨੂੰ ਕੰਨਾਂ ਨਾਲ ਸੁਣੀ ਜਾਓ, ਨਾਲ ਵਾਹਿਗੁਰੂ ਮੰਤਰ ਦਾ ਅਭਿਆਸ ਕਰੀ ਜਾਓ। ਤੁਸੀਂ 2-3 ਮਹੀਨੇ ਕਰਕੇ ਦੇਖੋ, ਫਿਰ ਇਹੀ ਕਿਰਿਆ ਵਰਤ ਜਾਣੀ ਕਿ ਜਲ ਨ ਬੁਝੀ ਸੀਤਲ ਹੋਏ ਮਨੁਆ। ਮਨ ਜਿਹੜਾ ਬੰਦੇ ਦਾ ਸੀਤਲ ਹੋ ਜਾਂਦਾ, ਸ਼ਾਂਤ। ਕਥਾ ਵਾਹਿਗੁਰੂ ਦੀ ਕਿਰਪਾ ਨਾਲ ਸਵੇਰੇ 1.25 ਘੰਟਾ ਲੱਗ ਹੀ ਜਾਂਦਾ, ਦੁਪਹਿਰੇ ਵੀ 1 ਘੰਟਾ 1.25 ਘੰਟਾ, ਸ਼ਾਮ ਨੂੰ ਵੀ ਇੰਨਾ ਹੀ ਸਮਾਂ ਲੱਗਦਾ। ਸਮਾਂ ਲੱਗ ਜੇ ਤਾਂ 3 ਟਾਈਮ ਬੈਠ ਕੇ ਕਥਾ ਸੁਣੋ, 2 ਟਾਈਮ ਸੁਣੋ ਤੇ ਨਾਲ ਸਿਮਰਨ ਕਰੀ ਜਾਓ। ਇਹ ਵੀ ਬਾਣੀ ਦੀ ਕਥਾ ਹੈ, ਬਾਣੀ ਦਾ ਹੀ ਕੀਰਤਨ ਹੈ, ਬਾਣੀ ਦਾ ਹੀ ਪਾਠ ਹੈ। ਸਤਿਗੁਰੂ ਕਹਿੰਦੇ ਇਹਦੇ ਨਾਲ ਅੰਦਰਲੀ ਜਲਨ ਖਤਮ ਹੋ ਜਾਂਦੀ, ਚਾਹੇ ਕਿੰਨੀ ਹੀ ਜਲਨ ਪੈਂਦੀ ਹੋਵੇ। ਸੀਤਲ ਹੋਏ ਮਨੁਆ, ਮਨ ਮਾਇਆ ਦੇ ਪ੍ਰਭਾਵ ਤੋਂ ਨਿਕਲ ਕੇ ਵਿਕਾਰਾਂ ਦੇ ਪ੍ਰਭਾਵ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਈਰਖਾ ਤ੍ਰਿਸ਼ਨਾ ਤੋਂ ਬਚਦਾ ਹੋਇਆ ਬਿਲਕੁਲ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਮਨ ਦੇ ਅੰਦਰ ਸ਼ਾਂਤੀ ਤੇ ਟਿਕਾਓ ਬਣਿਆ, ਮਨ ਦੀ ਇਕਾਗਰਤਾ ਹੋ ਗਈ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਫਿਰ ਸਤਿਗੁਰੂ ਦਾ ਦਰਸ਼ਨ ਵੀ ਹੋ ਜਾਂਦਾ ਪ੍ਰਤੱਖ। ਗੁਰੂ ਨਾਨਕ ਦੇਵ ਜੀ ਦਾ ਵੀ ਹੋ ਜਾਂਦਾ ਹੈ, ਗੁਰੂ ਅੰਗਦ ਦੇਵ ਜੀ ਵੀ, 10ਵੇਂ ਪਾਤਸ਼ਾਹ ਤੱਕ। ਕਦੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਆਪ ਵੀ ਸਾਹਮਣੇ ਆ ਜਾਂਦੇ ਨੇ। ਫਿਰ ਸਤਿਗੁਰੂ ਕਹਿੰਦੇ ਸਤਿਗੁਰ ਦਾ ਦਰਸ਼ਨ ਪ੍ਰਤੱਖ ਵੀ ਜਾ ਕੇ ਕਰਿਆ ਕਰੋ।
ਗੁਰੂ ਦੇ ਦਰਸ਼ਨ ਕਰਕੇ ਫਿਰ ਅੰਮ੍ਰਿਤ ਬਾਣੀ ਸੁਣ ਕੇ ਜਲਨ ਬੁਝਦੀ ਹੈ, ਮਨ ਠੰਡਾ ਠਾਰ ਹੋ ਜਾਂਦਾ। ਔਰ ਇਹਦੇ ਨਾਲ ਹੋਰ ਲਾਭ ਕੀ ਹੁੰਦੇ, ਬਾਣੀ ਸੁਣਨ ਦੇ ਕੀ ਲਾਭ ਦੱਸਦੇ ਗੁਰੂ ਸਾਹਿਬ ਜੀ। ਸੂਖ ਭਇਆ ਦੁੱਖ ਦੂਰ ਪਰਾਨਾ। ਸੰਤਾਂ ਦੁਆਰਾ ਹੁਣ ਨਾਮ ਜਪਣ ਦੀ ਗੱਲ ਕਰਦੇ ਨੇ। ਸੰਤ ਰਸਨ ਹਰ ਨਾਮ ਵਖਾਨਾ। ਸੰਤਾਂ ਦੁਆਰਾ ਉਹਨਾਂ ਦੇ ਕੋਲ ਬੈਠ ਕੇ ਤੋ ਜਦੋਂ ਮਹਾਰਾਜ ਨੇ ਜਿਵੇਂ ਬਚਨ ਕੀਤਾ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸਤਿਗੁਰੂ ਕਹਿੰਦੇ ਨੇ ਸੰਤ ਰਸਨ ਹਰ ਨਾਮ ਵਖਾਨਾ। ਸੰਤਾਂ ਦੁਆਰਾ ਰਸਨਾ ਨਾਲ ਹਰੀ ਨਾਮ ਨੂੰ ਜਦੋਂ ਵਖਾਨਾ ਤੋਂ ਭਾਵ ਕਥਨ ਕੀਤਾ ਤਾਂ ਸੁਖ ਪ੍ਰਾਪਤ ਹੋਇਆ ਬਹੁਤ। ਤਾਂ ਸੁਖ ਪ੍ਰਾਪਤ ਹੋਣ ਦੇ ਨਾਲ ਸੁਖ ਤਾਂ ਹੁਣ ਤਾਈਓ ਪ੍ਰਾਪਤ ਹੋਣਾ ਜੇ ਦੁੱਖ ਦੂਰ ਹੋਵੇ। ਦੁੱਖ ਦੂਰ ਪਰਾਨਾ। ਪਰਾਨਾ ਹੁੰਦਾ ਪਰੇ, ਪਰੇ ਤੋਂ ਵੀ ਪਰੇ ਹੋ ਗਿਆ। ਆਮ ਤੌਰ ਤੇ ਇੱਕ ਪੁਰਾਣੀ ਬੋਲੀ ਆ, ਕਹਿਣਗੇ ਆਪਾਂ ਤਾਂ ਕਹਿੰਦੇ ਆ 2 ਸਾਲ ਪਹਿਲਾਂ ਇਹ ਗੱਲ ਹੋਈ। ਪੁਰਾਣੀਆਂ ਬੋਲੀਆਂ ਮਾਲਵੇ ਦੇ ਵਿੱਚ ਐਸੀਆਂ ਹੁੰਦੀਆਂ ਸੀ, ਕਹਿੰਦੇ ਪਰ ਪਰਾਰ ਇਹ ਗੱਲ ਐ ਹੋਈ ਸੀ। ਪਰ ਪਰਾਰ ਦਾ ਮਤਲਬ ਹੁੰਦਾ ਸੀ ਪਿਛਲੇ ਤੋਂ ਪਿਛਲੇ ਸਾਲ। ਸੋ ਸਤਿਗੁਰੂ ਮਹਾਰਾਜ ਕਹਿੰਦੇ ਦੁੱਖ ਦੂਰ ਪਰਾਨਾ। ਇੱਕ ਤਾਂ ਹੁੰਦਾ ਪਰੇ ਹੋ ਗਿਆ, ਇੱਕ ਇਹ ਪਰੇ ਤੋਂ ਵੀ ਪਰੇ ਹੋ ਗਿਆ, ਦੌੜ ਹੀ ਗਿਆ। ਇੱਥੇ ਦਿਖਿਆ ਹੀ ਨਹੀਂ ਦੁੱਖ ਕਿੱਧਰ ਚਲਿਆ ਗਿਆ। ਪਛਾਨਣਾ ਕਰੋ ਕਿ ਦੁੱਖ ਦੂਰ ਹੋ ਗਿਆ, ਜਿਵੇਂ ਕੋੜੀ ਦਾ ਕੋੜ ਰਾਜ ਹੀ ਹੋ ਗਿਆ ਸੀ। ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਇ ਨਾ ਜਾਏ ਜੀਉ। ਪਹਿਲਾਂ ਤਾਂ ਇੱਕ ਸੰਸਾਰੀ ਪ੍ਰਮਾਣ ਦਿੰਦੇ ਨੇ, ਜਿਸ ਵੇਲੇ ਬੱਦਲ ਵਰਖਾ ਕਰਦੇ ਨੇ ਉਸ ਵੇਲੇ ਜਲ ਥਲ ਨਾਲ ਭਰ ਜਾਂਦੇ ਨੇ। ਸਾਰੇ ਥਾਂ ਜਿਹਨੇ ਥਲ ਨੇ ਉਹ ਜਲ ਨਾਲ ਭਰ ਜਾਂਦੇ ਨੇ, ਤੇ ਸਰ ਸਰੋਵਰ ਵੀ ਜਲ ਨਾਲ ਸੁਭਰ ਹੁੰਦਾ, ਬਿਲਕੁਲ ਨੱਕੋ ਨੱਕ ਭਰ ਜਾਣਾ। ਲਬਾ ਲਬ ਵੀ ਕਹਿੰਦੇ ਨੇ ਇਹਨੂੰ। ਕਥਾ ਦੀ ਬੋਲੀ ਵਿੱਚ ਆਪਾਂ ਇਹਨੂੰ ਲਬਾ ਲਬ ਕਹਿੰਦੇ ਆ। ਨੱਕੋ ਨੱਕ ਭਰ ਜਾਣਾ, ਸਿਰੇ ਤੱਕ ਕੰਢਿਆਂ ਤੱਕ ਭਰ ਜਾਣਾ। ਕੋਈ ਵੀ ਜਿਹੜੀ ਜਾਏ ਜਗ੍ਹਾ ਹੈ ਉਹ ਖਾਲੀ ਨਹੀਂ ਰਹਿੰਦੀ। ਬਿਰਥਾ ਕੋਈ ਨਾ ਜਾਏ ਜੀਓ। ਇਸੇ ਤਰ੍ਹਾਂ ਹੀ ਕਹਿੰਦੇ ਜਦ ਗੁਰੂ ਸਾਹਿਬ ਉਪਦੇਸ਼ ਦੀ ਵਰਖਾ ਕਰਦੇ ਨੇ ਉਦੋਂ ਜਿਹੜਾ ਥਲ ਜਿਵੇਂ ਹੁੰਦਾ ਨਾ, ਮਾਰੂ ਥਲ, ਖੁਸ਼ਕ ਸਥਾਨ, ਟਿੱਬੇ, ਗਰਮੀ, ਖੁਸ਼ਕੀ, ਇਸ ਤਰ੍ਹਾਂ ਹੀ ਜਿਹੜੇ ਬੰਦੇ ਦਾ ਮਨ ਹੈ ਮਾਰੂ ਥਲ ਵਰਗਾ, ਟਿੱਬਿਆਂ ਵਾਂਗੂ ਜਾਈ ਨਿਮਾਈ ਜੀ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਉਹ ਟੋਏ ਟਿੱਬੇ ਪਏ ਹੋਏ ਜਿਹੜੇ ਮਨ ਦੇ ਅੰਦਰ ਥਲ ਅਸਥਾਨੀ ਮੱਧਮ ਤੇ ਕਨਿਸ਼ਟ ਪੁਰਸ਼ ਨਾਮ ਜਲ ਨਾਲ ਭਰ ਜਾਂਦੇ ਨੇ, ਉਹਨਾਂ ਤੇ ਕਿਰਪਾ ਹੋ ਜਾਂਦੀ ਹੈ। ਅਤੇ ਸਰੋਵਰ ਵਾਂਗੂ ਉੱਤਮ ਜਗਿਆਸੂ ਵੀ ਨਾਮ ਜਲ ਨਾਲ ਕਾਂਢਿਆਂ ਤੱਕ ਭਰ ਜਾਂਦੇ। ਅੱਗੇ ਉਹਨਾਂ ਜਗਿਆਸੂਆਂ ਕੋਲ ਜਾ ਕੇ ਜਿਹੜਾ ਕੋਈ ਚੱਲ ਕੇ ਆਉਂਦਾ ਉਹ ਵੀ ਖਾਲੀ ਨਹੀਂ ਜਾਂਦਾ ਫਿਰ, ਕਿਉਂਕਿ ਉਹਨਾਂ ਕੋਲੇ ਖਜ਼ਾਨਾ ਹੀ ਇੰਨਾ ਜ਼ਿਆਦਾ ਹੈ। ਕਾਵਹਿ ਖਰਚਾ ਰਲ ਮਿਲ ਭਾਈ, ਤੋੜ ਨਾ ਆਵੈ ਵੱਧ ਹੋ ਜਾਏ। ਉਹ ਜਿੰਨਾ ਦੇ ਦਿੰਦੇ ਆ ਉੱਥੇ ਉਨਾ ਹੀ ਹੋਰ ਆ ਜਾਂਦਾ, ਕਿਉਂਕਿ ਸੱਚਖੰਡੀ ਚੀਜ਼ਾਂ ਜਿਹੜੀਆਂ ਕਦੇ ਖਤਮ ਨਹੀਂ ਹੁੰਦੀਆਂ। ਜਿਵੇਂ ਭਾਈ ਵੀਰ ਸਿੰਘ ਨੂੰ ਕੌਤਕ ਦਿਖਾਇਆ ਮਹਾਰਾਜ ਨੇ, ਹਰਿਮੰਦਰ ਸਾਹਿਬ ਤੋਂ ਬੈਠਿਆਂ ਉਡਾਰੀ ਲਾਈ ਜਦ, ਕਹਿੰਦੇ ਤੜਕੇ 3 ਵਜੇ ਜਦ ਸੱਚਖੰਡ ਗਏ, ਕਹਿੰਦੇ ਮੈਂ ਉੱਥੋਂ ਫੁੱਲ ਤੋੜ ਲਿਆ ਸੱਚਖੰਡ। ਜਦ ਫੁੱਲ ਤੋੜਿਆ ਉੱਥੇ ਹੋਰ ਫੁੱਲ ਲੱਗ ਗਿਆ ਉਸੇ ਵਕਤ। ਕਹਿੰਦੇ ਮੈਂ ਬੜਾ ਹੈਰਾਨ ਵੀ ਫੇਰ ਫੁੱਲ ਲੱਗ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਕਿਸੇ ਚੀਜ਼ ਨੂੰ ਮੌਤ ਨਹੀਂ ਹੈ। ਫੁੱਲ ਤੋੜ ਲਿਆ, ਤੋੜਨਾ ਨਹੀਂ ਸੀ ਚਾਹੀਦਾ, ਪਰ ਫੇਰ ਇੱਥੇ ਉਹ ਦੇਖੋ ਫੁੱਲ ਉਹਦੀ ਥਾਂ ਤੇ ਫੇਰ ਲੱਗ ਗਿਆ। ਇਸ ਕਰਕੇ ਜਿਹੜੀ ਵੀ ਸੱਚਖੰਡੀ ਚੀਜ਼ ਹੈ, ਗੁਰਬਾਣੀ ਹੈ, ਅਕਾਲ ਪੁਰਖ ਵੱਲੋਂ ਦਿੱਤੀ ਹੋਈ ਜਿਹੜੀ ਗੁਰੂ ਘਰਾਂ 'ਚ ਬਖਸ਼ਿਸ਼ ਹੈ, ਇਹ ਕਦੇ ਹੀ ਨਹੀਂ ਘਟਦੀ, ਵੱਧਦਾ ਹੀ ਜਾਂਦਾ ਹੁੰਦਾ, ਵੱਧਦਾ ਹੀ ਜਾਂਦਾ। ਇਹ ਸਾਡਾ ਵਹਿਮ ਹੈ ਕਿ ਇੱਥੇ ਕੁਝ ਘਟ ਜਾਵੇਗਾ, ਪਰ ਸਤਿਗੁਰੂ ਦੀ ਕਿਰਪਾ ਨਾਲ ਕਦੇ ਨਹੀਂ ਘਟਦਾ, ਸਭ ਕੁਝ ਵੱਧਦਾ ਹੀ ਵੱਧਦਾ ਹੈ। ਹੁਣ ਮਹਾਰਾਜ ਕਹਿੰਦੇ ਜਿਸ ਵੇਲੇ ਬੱਦਲ ਵਰਖਾ ਕਰਦੇ ਉਸ ਵੇਲੇ ਜਲ ਦਾ ਥਲ ਸਥਾਨ ਜਿਹੜਾ ਸਰੋਵਰ ਹੈ ਉਹ ਲਬਾਲਬ ਭਰ ਜਾਂਦਾ। ਜੇ ਪਸ਼ੂ ਪੰਛੀ ਵੀ ਕਿਤੇ ਆ ਜਾਏ, ਭਰੇ ਹੋਏ ਪਾਣੀ ਥਾਂ ਥਾਂ ਦੇ ਉੱਤੇ, ਉਹ ਖਾਲੀ ਨਹੀਂ ਜਾਂਦਾ। ਇਸੇ ਤਰ੍ਹਾਂ ਨਾਮ ਰੂਪ ਜਲ ਦਾ ਜਿਹੜਾ ਥਾਂ ਹੈ ਸਰੋਵਰ ਗੁਰੂ ਸਾਹਿਬ ਜੀ ਨੇ, ਉਹ ਲਬਾਲਬ ਜਲ ਨਾਲ ਭਰ ਜਾਂਦੇ ਨੇ ਜਦੋਂ ਨਾਮ ਅੰਮ੍ਰਿਤ ਜਲ ਉਹਨਾਂ ਦੇ ਵਿੱਚ ਭਰਿਆ ਹੀ ਪਿਆ ਹੁੰਦਾ।
ਹੁਣ ਗੁਰਾਂ ਦੇ ਕੋਲ ਆ ਕੇ ਕੋਈ ਜਗਿਆਸੂ ਰੂਪ ਪੰਛੀ ਵੀ ਨਾਮ ਜਲ ਪੀਤੇ ਤੋਂ ਬਿਨਾਂ ਖਾਲੀ ਨਹੀਂ ਜਾਂਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦਇਆ ਧਾਰੀ ਤਿਨ ਸਿਰਜਨਹਾਰੈ, ਜੀ ਜੰਤ ਸਗਲੇ ਪ੍ਰਤਪਾਰੇ। ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਜੋ ਕਿਰਪਾ ਦ੍ਰਿਸ਼ਟੀ ਕੀਤੀ ਹੈ, ਸੂਖਮ ਸਥੂਲ ਜੀ ਜੰਤ ਸਾਰਿਆਂ ਦੀ ਪਾਲਣਾ ਕਰਦਾ ਹੈ। ਦਇਆ ਧਾਰੀ ਤਿਨ ਸਿਰਜਣਹਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜੀਓ। ਉਹ ਪਿੱਛੇ ਵੀ ਮਿਹਰਬਾਨ ਸੀ, ਮਿਹਰ ਦੀ ਵਾਨ ਆਦਤ ਹੈ ਉਹਨੂੰ। ਅਸੀਂ ਇੱਕ ਆਦਤ ਬਣ ਜਾਂਦੀ, ਉਹਨ ਔਗਣ ਦੇਖਣਾ ਹੀ ਨਹੀਂ, ਕਿ ਡਈ ਔਗਣੀਆਂ ਹੋਵੇ ਉਹਨੂੰ ਦੇਖਣਾ ਹੀ। ਉਹ ਕਿਉਂਕਿ ਹੈ ਹੀ ਬਹੁਤ ਵੱਡਾ ਹੈ, ਸਾਡੇ ਵਰਗਾ ਛੋਟਾ ਤਾਂ ਨਹੀਂ ਹੈ। ਛੋਟਾ ਬੰਦਾ ਹਮੇਸ਼ਾ ਦੂਜੇ ਦੇ ਔਗਣ ਦੇਖਦਾ, ਇਹ ਨਿਸ਼ਾਨੀ ਹੁੰਦੀ ਹੈ ਉਹਦੇ ਛੋਟੇ ਪੁਣੇ ਦੀ। ਵੱਡੇ ਕਦੇ ਔਗਣ ਨਹੀਂ ਦੇਖਦੇ ਬੱਚਿਆਂ ਦੇ, ਉਹ ਨਿਸ਼ਾਨੀ ਹੁੰਦੀ ਉਹਨਾਂ ਦੇ ਵੱਡੇ ਹੋਣ ਦੀ। ਕਿਰਪਾਲ ਕਿਰਪਾ ਦਾ ਘਰ, ਦਇਆਲ ਦਇਆਲਾ ਜੋ ਹੈ ਦਇਆ ਦਾ ਘਰ, ਸਗਲੇ ਤ੍ਰਿਪਤ ਅਗਾਏ ਜੀਓ। ਉਹ ਵਾਹਿਗੁਰੂ ਦੀ ਐਸੀ ਮਿਹਰਬਾਨੀ ਕਿਰਪਾਲੂ ਦੀ ਦਿਆਲਤਾ ਨਾਲ ਸਾਰੇ ਜੀਵ ਤ੍ਰਿਪਤ ਹੋ ਕੇ ਚੰਗੀ ਤਰ੍ਹਾਂ ਰੱਜ ਪੁੱਜ ਗਏ ਨੇ। ਬੰਦਾ ਪੇਟ ਭਰ ਜਾਵੇ ਪਰ ਅੱਖਾਂ ਭੁੱਖੀਆਂ, ਚੀਜ਼ਾਂ ਵੱਲ ਫੇਰ ਦੇਖੀ ਜਾਂਦਾ, ਕਹਿੰਦਾ ਜੀ ਤਾਂ ਕਰਦਾ ਹੋਰ ਖਾ ਲਈਏ ਪਰ ਪੇਟ ਭਰ ਗਿਆ। ਇਹਦਾ ਮਤਲਬ ਰੱਜਿਆ ਨਹੀਂ ਤੂੰ। ਰੱਜਣਾ ਇੱਕ ਅਲੱਗ ਗੱਲ ਹੈ, ਜਦੋਂ ਚੀਜ਼ਾਂ ਵੱਲੋਂ ਮੂੰਹ ਹੀ ਫੇਰ ਜਾਵੇ, ਰੱਜ ਗਿਆ। ਆਮ ਬੰਦੇ ਲਈ ਹੁਣ ਬਹੁਤ ਸਾਰੀਆਂ ਚੀਜ਼ਾਂ ਬੜੀਆਂ ਹੁੰਦੀਆਂ ਕਿ ਆਹ ਚੀਜ਼ਾਂ ਉਹ ਚੀਜ਼ਾਂ, ਮਹਾਤਮਾ ਲਈ ਕੁਛ ਵੀ ਕੁਛ ਨਹੀਂ ਹੈ, ਸਭ ਬੇਕਾਰ। ਵਣ ਤ੍ਰਿਣ ਤ੍ਰਿਭਵਨ ਕੀ ਤੋਨ ਹਰਿਆ, ਜਿਹਨੇ ਪ੍ਰਤੱਖ ਜੰਗਲ ਘਾਹ ਅਤੇ ਤਿੰਨਾਂ ਲੋਕਾਂ ਨੂੰ ਹਰੇ ਭਰੇ ਕੀਤਾ ਹੈ। ਕਰਨਹਾਰ ਖਿਨ ਭੀਤਰ ਕਰਿਆ, ਉਹਨੇ ਤਾਂ ਖਿਨ 'ਚ ਹੀ ਸਾਰਾ ਕੁਛ ਬਣਾ ਦਿੱਤਾ। ਵਣ ਦਾ ਮਤਲਬ ਜੰਗਲ ਹੈ, ਅੰਤਰੀ ਭਾਵ 'ਚ ਇਹਦਾ ਮਤਲਬ ਅੰਤਹਿਕਰਨ ਅੰਦਰ। ਤ੍ਰਿਣ ਹੁੰਦਾ ਘਾਹ, ਜੰਗਲ 'ਚ ਘਾਹ ਟਾਹਣੀਆਂ ਝਾੜੀਆਂ ਆਦਿ। ਇੱਧਰ ਤ੍ਰਿਣ ਕਿਹੜਾ ਹੈ, ਜਿਹੜੇ ਸਾਡੇ ਇੰਦਰੀਆਂ ਨੇ। ਤ੍ਰਿਭਵਨ ਹੁੰਦਾ ਤਿੰਨੇ ਸਰੀਰਾਂ ਨੂੰ ਹਰਾ ਭਰਾ ਕੀਤਾ, ਸਥੂਲ ਸਰੀਰ, ਸੂਖਮ ਸਰੀਰ, ਕਾਰਨ ਸਰੀਰ। ਉਹ ਕਰਨਹਾਰ ਵਾਹਿਗੁਰੂ ਨੇ ਇੱਕ ਖਿੰਨ ਵਿੱਚ ਸਾਰਾ ਕੁਝ ਹੀ ਕਰ ਦਿੱਤਾ। ਗੁਰਮੁਖ ਨਾਨਕ ਤਿਸੈ ਆਰਾਧੇ, ਮਨ ਕੀ ਆਸ ਪੁਜਾਏ ਜੀਓ। ਸਤਿਗੁਰੂ ਬੇਨਤੀ ਕਰਦੇ ਇਸ ਪ੍ਰਕਾਰ, ਆਪਾਂ ਨੂੰ ਦੱਸਦੇ ਵੀ ਨਹੀਂ ਸਾਰਾ ਕੁਝ, ਕਿਉਂਕਿ ਸਤਿਗੁਰਾਂ 'ਚ ਨਿਮਰਤਾ ਹੀ ਬਹੁਤ ਹੈ। ਦੇਖੋ ਏਡੇ ਵੱਡੇ ਹੋ ਕੇ ਵੀ ਆਪਣੇ ਆਪ ਨੂੰ ਸਤਿਗੁਰੂ ਹਮੇਸ਼ਾ ਦਾਸਾ ਭਾਵ 'ਚ ਹੀ ਵਰਤਦੇ ਆ। ਕਹਿੰਦੇ ਨੇ ਭਾਈ ਗੁਰਾਂ ਦੁਆਰੇ ਉਸ ਵਾਹਿਗੁਰੂ ਨੂੰ ਆਰਾਧਨਾ ਕਰੋ, ਗੁਰਾਂ ਦੇ ਦੁਆਰਾ ਆਰਾਧੋ, ਸਿੱਧਾ ਨਾ ਆਰਾਧਨ ਬੈਠੋ। ਜਦੋਂ ਵੀ ਬੈਠੋ ਅਰਦਾਸ ਕਰਕੇ ਬੈਠੋ, ਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਰਾਧਨਾ ਕਰੋ ਉਹਦੀ, ਜੋ ਸਾਰਿਆਂ ਦੇ ਮਨ ਦੀ ਆਸਾ ਪੂਰੀ ਕਰਦਾ ਪਰਮਾਤਮਾ। ਮਾਝ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਅਕਾਲ ਪੁਰਖ ਦੇ ਚਰਨਾਂ 'ਚ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। हे ਵਾਹਿਗੁਰੂ, ਤੁਸੀਂ ਹੀ ਮੇਰੇ ਪਿਤਾ ਹੋ ਔਰ ਤੁਸੀਂ ਹੀ ਮੇਰੀ ਮਾਤਾ। ਪਿਤਾ ਪਰਮੇਸ਼ਰ, ਮਾਤਾ ਕੁਦਰਤ। ਲਿਖਿਆ था महाराज ने, दैव काल का मात हमारी। काल पुरख है पिता हमारा। ਇਸੇ ਨੂੰ ਲਿਖਿਆ ਉਹ ਸ਼ਕਤੀ ਤੇਰੀ ਜਿਹੜੀ, ਕਿਉਂਕਿ ਤੁਸੀਂ ਆਪ ਹੀ ਤਾਂ ਪਿਤਾ ਰੂਪ ਹੋ ਤੇ ਮਾਤਾ ਰੂਪ ਹੋ ਕੇ ਮਾਇਆ ਦੇ ਰਾਹੀਂ ਸ੍ਰਿਸ਼ਟੀ ਦੀ ਰਚਨਾ ਕੀਤੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਫਿਰ ਇਸੇ ਤਰ੍ਹਾਂ ਹੀ ਤੁਸੀਂ ਮੇਰੇ ਸੰਬੰਧੀ ਵੀ ਹੋ, ਬੰਧਪ, ਮੇਰੇ ਭਰਾ ਵੀ ਤੁਸੀਂ ਹੋ। ਇਹ ਮੇਰੀ ਨਿਗਾਹ 'ਚ ਕਹਿੰਦੇ ਇਉਂ ਹੋ ਗਿਆ, ਮੈਨੂੰ ਜੋਤ ਹੀ ਦਿਖੀ ਜਾਂਦੀ ਸਾਰਿਆਂ ਵਿੱਚ ਉਹ ਤੇਰੀ ਜੋਤ ਨਜ਼ਰ ਆਉਣ ਕਰਕੇ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਤੂੰ ਹੀ ਹੈ। ਬਾਹਰਲੀਆਂ ਸ਼ਕਲਾਂ ਹੀ ਨੇ ਪਰ ਅੰਦਰ ਤੂੰ ਆਪ ਹੀ ਬੈਠਾ ਸਾਰਿਆਂ ਦੇ। ਵਾਸਤਵ ਦੇ ਵਿੱਚ ਮੈਨੂੰ, ਕਿਉਂਕਿ ਦੁਨਿਆਵੀ ਮਾਤਾ ਪਿਤਾ ਛੱਡ ਸਕਦੇ ਨੇ, ਕੁਝ ਵੀ ਕਰ ਸਕਦੇ ਨੇ, ਚੜ੍ਹਾਈਆਂ ਕਰ ਜਾਂਦੇ ਨੇ, ਸੰਬੰਧੀ ਵੀ ਛੱਡ ਜਾਂਦੇ ਨੇ, ਭਰਾ ਵੀ ਛੱਡ ਜਾਂਦੇ ਨੇ। ਇਸ ਕਰਕੇ ਮੈਂ ਸਾਰੀ ਟੇਕ ਘੁਮਾ ਕੇ ਤੁਹਾਡੇ ਵੱਲ ਨੂੰ ਹੀ ਕਰ ਲਈ। ਮੈਂ ਤੁਹਾਨੂੰ ਹੀ ਆਪਣਾ ਪਿਤਾ ਸਮਝਦਾ, ਗੁਰੂ ਗੋਬਿੰਦ ਸਿੰਘ ਮਹਾਰਾਜ
ਮਾਤਾ ਮੇਰੀ ਮਾਤਾ ਸਾਹਿਬ ਕੌਰ, ਬੰਦਪ ਮੇਰੇ ਸਾਰੇ ਸਿੰਘ, ਅਤੇ ਮੇਰਾ ਭਰਾਤੇ ਮੇਰੇ ਸਾਰੇ ਭਰਾ ਜਿਹੜੇ ਗੁਰਸਿੱਖ ਸਾਰੇ ਨੇ, ਸ਼ੁਰੂ ਤੋਂ ਲੈ ਕਰਕੇ ਭਰਾ ਸਾਡੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਸਾਰੇ ਮਹਾਂਪੁਰਖ ਬ੍ਰਹਮ ਗਿਆਨੀ ਸਾਡੇ ਸੰਬੰਧੀ ਨੇ, ਉਹੀ ਸਾਡੇ ਭਰਾ ਨੇ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀਓ। ਜਦੋਂ ਕਿ ਤੁਸੀਂ ਹੀ ਸਾਰੀ ਜਗ੍ਹਾ ਦੇ ਉੱਤੇ ਤਾਂ ਰਾਖੇ ਹੋ, ਹੁਣ ਮਾਂ ਬਾਪ ਭੈਣ ਭਰਾ ਤਾਂ ਕਿਤੇ ਰਾਖੇ ਬਣਨੋਂ ਰਹੇ। ਜਿੱਥੇ ਵੀ ਮੈਂ ਜਾਂਦਾ ਤੁਸੀਂ ਹੀ ਸਰਬ ਵਿਆਪਕ ਹੋ, ਹੋਰ ਕੋਈ ਸਰਬ ਵਿਆਪਕ ਨਹੀਂ। ਜਦੋਂ ਮੈਨੂੰ ਇਉਂ ਯਕੀਨ ਹੈ ਕਿ ਤੁਸੀਂ ਸਾਰੇ ਕਿਤੇ ਤੁਹਾਡੀ ਜੋਤ ਹੈ, ਫਿਰ ਮੈਨੂੰ ਕਿਹਦਾ ਡਰ ਹੈ, ਕਾਹਦਾ ਕਾੜਾ ਹੁੰਦਾ ਝੋਰਾ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਆਪ ਜੀ ਦੀ ਕਿਰਪਾ ਨਾਲ ਹੀ ਮੈਂ ਆਪ ਜੀ ਨੂੰ ਪਛਾਣ ਸਕਿਆ ਹਾਂ। ਤੁਸੀਂ ਹੀ ਕਿਰਪਾ ਕੀਤੀ, ਮੇਰੇ ਪਰਦੇ ਲਾਹੇ ਨੇ, ਨਹੀਂ ਤਾਂ ਜਿਹੜੇ ਮਾਇਆ ਦੇ ਪਰਦੇ, ਕਲਯੁਗ ਦੇ ਪਰਦੇ, ਬੁੱਧੀ ਦੇ ਉੱਤੇ ਮੱਤ ਤੇ ਪਰਦੇ ਪਏ ਹੋਏ ਨੇ, ਮੋਹ ਮਾਇਆ ਮਮਤਾ ਦੇ, ਇਹ ਸਾਰੇ ਪੰਜ ਕੋਸ਼ਾਂ ਦੇ ਪਰਦੇ ਨੇ। ਸ਼ਬਦ ਸਪਰਸ਼ ਰਸ ਰੂਪ ਗੰਧ ਦੇ ਪਰਦੇ ਨੇ, ਕਾਮ ਕ੍ਰੋਧ ਦੇ ਪਰਦੇ ਨੇ, ਈਰਖਾ ਤ੍ਰਿਸ਼ਨਾ ਦਵੈਸ਼ ਦੇ ਪਰਦੇ ਨੇ। ਕਿਤੇ ਥੋੜੇ ਪਰਦੇ। ਜੈਸੇ ਕੇਲੇ ਕੇ ਪਾਤ ਪਾਤ में ਪਾਤ ਹੈ, ਕੇਲੇ ਦਾ ਇੱਕ ਪੱਤਾ ਲਾਹੋ, ਦੂਜਾ ਤੀਜਾ ਚੌਥਾ ਪੰਜਵਾਂ ਉਹਦੇ ਦਰਖਤ ਜਿਹੇ ਜਿਹੀ ਹੁੰਦਾ, ਉਹ ਬਣੇ ਹੀ ਪੱਤਿਆਂ ਜਿਹਾ ਦਾ ਹੁੰਦਾ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਤੁਸੀਂ ਕਿਰਪਾ ਕੀਤੀ ਹੈ, ਮੈਂ ਤੁਹਾਨੂੰ ਮਿਲਿਆ ਨਹੀਂ ਆਪਣੇ ਯਤਨਾਂ ਨਾਲ, ਤੁਸੀਂ ਆਪ ਹੀ ਕਿਰਪਾ ਕਰਕੇ ਮੇਰੇ ਪਰਦੇ ਲਾਹ ਦਿੱਤੇ ਨੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਸੀਂ ਉਹ ਮਨ ਕਰਕੇ ਓਟ ਆਸਰਾ ਹੋ ਮੇਰਾ, ਕਿਉਂਕਿ ਤੁਹਾਡੀ ਸੱਤਾ ਨਾਲ ਮੈਂ ਤੁਰਿਆ ਫਿਰਦਾ। ਤੂੰ ਹੀ ਮੇਰਾ ਮਨ ਦਾ ਮਾਣ ਰੂਪ ਹੈ, ਮੈਨੂੰ ਮਾਣ ਹੈ ਤੇਰੇ ਤੇ। ਜਦੋਂ ਤੁਸੀਂ ਬਲ ਬਖਸ਼ਿਸ਼ ਕਰਦੇ ਹੋ ਗੁਰਸਿੱਖ ਨੂੰ, ਭਾਈ ਉਦੇ ਸਿੰਘ ਨੂੰ ਕਹਿੰਦੇ ਤੁਸੀਂ ਜਾ ਕੇ ਸਰਸਾ ਤੇ ਲੜੋ, ਔਰ ਬਾਬਾ ਅਜੀਤ ਸਿੰਘ ਨੂੰ ਸਾਡੇ ਨਾਲ ਭੇਜੋ, ਕਿਉਂਕਿ ਉਹਨਾਂ ਦੀ ਸ਼ਹੀਦੀ ਚਮਕੌਰ ਸਾਹਿਬ ਹੈ। ਭਾਈ ਉਦੇ ਸਿੰਘ ਤੇ ਇਹੀ ਜੀ ਕਿਰਪਾ ਕੀਤੀ, ਉਹਨਾਂ ਨੇ ਸਾਰੀ ਰਾਤ ਹੀ ਤੁਰਕ ਰੋਕੀ ਰੱਖੇ, ਉੱਥੇ ਪਾਰ ਹੀ ਨਹੀਂ ਹੋਣ ਦਿੱਤੇ। 2.5 ਲੱਖ ਦੇ ਕਰੀਬ ਤੁਰਕਾਂ ਦੀ ਸਮਾਪਤੀ ਕੀਤੀ ਉੱਥੇ ਉਹਨਾਂ ਨੇ। ਇਸ ਕਰਕੇ ਜਦੋਂ ਉਹ ਆਪਣਾ ਬਲ ਰੱਖ ਦਿੰਦੇ ਨੇ, ਨੀਕੀ ਕੀਰੀ ਮੈਂ ਕੱਲ ਰੱਖ ਹੈ, ਭਸਮ ਕਰੈ ਲਸਕਰ ਕੋਟ ਲੱਖ ਹੈ, ਬਲ ਉਹਦਾ ਜਿਹੜਾ ਬਲ ਹੈ ਉਹ ਵੱਖਰਾ ਹੈ। ਮਨੁੱਖੀ ਬਲ ਤਾਂ ਬਹੁਤ ਥੋੜਾ ਹੈ, ਪਰ ਜਦ ਮਹਾਰਾਜ ਦੀ ਕਿਰਪਾ ਹੁੰਦੀ ਹੈ, ਇੰਨਾ ਬਲ ਬਖਸ਼ਿਸ਼ ਕਰ ਦਿੰਦੇ ਨੇ, ਇਹ ਉਹਨਾਂ ਦੀ ਮਿਹਰ ਦਾ ਸਦਕਾ ਹੀ ਹੈ। ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਇਹ ਸਭ ਤੁਹਾਡਾ ਹੀ ਅਖਾੜਾ ਰਚਿਆ ਹੈ ਸੰਸਾਰ, ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਜੇ ਸਾਰਾ ਸੰਸਾਰ ਅਖਾੜਾ ਤੇਰਾ ਹੀ ਖੇਲ ਰਚਿਆ ਹੋਇਆ ਹੈ, ਕਿਉਂਕਿ ਸਾਰਾ ਇਹ ਖੇਡਣ ਵਾਲਾ ਖੇਡ ਤੂੰ ਆਪ ਹੀ ਖੇਡ ਰਿਹਾ ਹੈ। ਦੋ ਧਿਰਾਂ ਬਣਾ ਕਰਕੇ, ਮਨਮੁਖ ਗੁਰਮੁਖ ਦੀਆਂ, ਦੇਵਤਿਆਂ ਦੀਆਂ, ਦੈਂਤਾਂ ਦੀਆਂ, ਰਾਤ ਤੇ ਦਿਨ, ਸਾਰੀ ਖੇਡ ਤੇਰੀ ਆਪਣੀ ਹੈ। ਤਮਾਸ਼ਾ ਤੁਸੀਂ ਆਪ ਦੇਖਦੇ ਹੋ ਸੰਸਾਰ ਦਾ, ਸਾਰਾ ਸੰਸਾਰ ਤੇਰੇ ਖੇਲਣ ਦਾ ਅਖਾੜਾ ਬਣਿਆ ਹੋਇਆ, ਅਸਥਾਨ ਬਣਿਆ ਹੋਇਆ। ਜਿਵੇਂ ਗਰਾਊਂਡ ਕਹਿ ਦਿੰਦੇ, ਖੇਡਣ ਵਾਲੇ ਗਰਾਊਂਡ, ਅਖਾੜਾ, ਮੱਲਾ ਖਾੜਾ ਰਚਿਆ। ਮੱਲਾਂ ਦਾ ਖਾੜਾ ਹੁੰਦਾ ਜਿੱਥੇ ਮੱਲ ਘੁਲਦੇ ਨੇ। ਹਾਕੀ ਦਾ ਗਰਾਊਂਡ ਹੈ, ਫੁੱਟਬਾਲ ਦਾ ਗਰਾਊਂਡ ਹੈ। ਇਸੇ ਤਰ੍ਹਾਂ ਹੀ ਸੰਸਾਰ ਵੀ ਤੇਰਾ ਗਰਾਊਂਡ ਹੈ ਇੱਕ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਸੂਖਮ ਸਥੂਲ ਛੋਟੇ ਵੱਡੇ ਜੀ ਜੰਤ ਸਾਰੇ ਤੁਸੀਂ ਪੈਦਾ ਕੀਤੇ ਨੇ। ਹੁਣ ਜਿੱਧਰ ਜਿੱਧਰ ਤੁਸੀਂ ਉਹਨਾਂ ਨੂੰ ਭਾਣਾ ਤੋਂ ਭਾਵ ਚਾਹਿਆ ਨਾ, ਉਧਰ ਉਧਰ ਉਹਨਾਂ ਨੂੰ ਲਾ ਦਿੱਤਾ ਹੈ। ਜੀਵ ਬੜਾ ਖੁਸ਼ ਹੁੰਦਾ, ਮੈਨੂੰ ਉੱਥੇ ਨੌਕਰੀ ਮਿਲ ਗਈ। ਉਹ ਪਹਿਲਾਂ ਹੀ ਲਿਖਿਆ ਸੀ, ਲਿਖੀਏ ਮੁਤਾਬਕ ਹੀ ਕੰਮ ਮਿਲਦਾ। ਪਰਮੇਸ਼ਰ ਨੇ ਲਿਖਿਆ ਹੀ ਹੁੰਦਾ, ਇੱਥੇ ਜਾ ਕੇ ਇਹਨੇ ਆਹ ਕੰਮ ਕਰਨਾ, ਇਹਨੇ ਆਹ ਧੰਦਾ ਕਰਨਾ, ਇਹਨੇ ਆਹ ਕਰਨਾ। ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਓ। ਮਹਾਰਾਜ ਜੀ ਸਭ ਤੁਹਾਡਾ ਕੀਤਾ ਹੀ ਹੋਇਆ ਹੁੰਦਾ, ਜੋ ਕੁਝ ਹੁੰਦਾ ਸਾਡਾ ਇਹਦੇ 'ਚ ਕੁਛ ਵੀ ਨਹੀਂ ਹੈ। ਅਸਾੜਾ ਤੋਂ ਭਾਵ ਸਾਡਾ। ਨਾਮ ਧਿਆਏ ਮਹਾ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਆਪ ਜੀ ਦੇ ਨਾਮ ਨੂੰ ਧਿਆ ਕੇ ਮੈਨੂੰ
महान वड्डा सुख जिहड़ा मायावी चीज़ां विच नहीं है, आत्मिक सुख मिलिया अंदरों। हे वाहिगुरू आप जी के जस रूप गुणां नूं गा के मेरा मन सीत लाया तो भाव ठंडा ठार हो गया। इत्थे ठंडे ठार की कोई व्याख्या नहीं हो सकती, क्योंकि ये तो जे ठंड वो पैंदी है उदों ही पता लगता, क्योंकि चंदन चांदना सरद रुत मूल ना मिटई घाम, शीतल थी वह नानका जपंदड़ो हर नाम। छाती शीतल मन सुखी, छंत गोबिंद गुण गाए, ऐसी किरपा करो प्रभ नानक दास दसाए। जिहड़ी नाम की ठंड हुंदी है वो तो सिर्फ जिन्हों पैंदी है उसे नूं ही पता लगता। इन्नी ज़्यादा ठंडी हुंदी आ वो कि जीव का हिरदा बर्फ वांगू ठर जाता, उहदे च सिर भी ठंडा हो जाता, ठा ठप हो जाता। कई बार तो उन्होंने गर्मियों में भी रजाई लैनी पै सकती, इन्नी ठंडी हुंदी है तसीर नाम की। क्योंकि माया के प्रभाव करके साडा शरीर हर वक्त हुण भी जलदा है, मन भी तड़फी जाता, ताइयों तो अपन टिकाओ नहीं आता। चंचलताई मन की भज्या फिरदा, ईरखा करदा, तड़फी जाता सप वांगू, सर्प जैसे अरजारी। क्योंकि सप के अंदर जहर होने करके बड़ा जहरीला, जिवें बिच्छू ठूहा इन्हां विच जहर हुंदा। मैं भी माड़ी जी गल तो डंग मार छड्डदे बंदे नूं, पर गुरमुख प्यारे जिहड़े ने उन्हां अंदर इन्नी शांति ते टिकाओ हुंदा। हाँ वक्री गल आ उन्हां नूं अकाल पुरख का हुक्म हो के ड्यूटी लग जे, फिर आपां कहने बड़ा गर्म है सुभाਅ। सुभाਅ नहीं गर्म हुंदा, उन्हें सिर्फ हुक्म बजाउणा हुंदा। इस करके सतगुरु महाराज कहते ने, तेरे गुणां नूं गा के मेरा मन ठार च आ गया। गुरपुर है वजी वाधाई, नानक जिता बिखाड़ा जीओ। एक तो अखाड़ा सी, हुणे बखाड़ा आ गया। ये बखाड़ा काहदा? ये अखाड़े विच ही बिखाड़ा हुंदा। सतगुरु कहने पूरियां गुरां दी किरपा नाल आनंद दी वधाई तां वजी होगी, प्रगट हो गई है। ये क्यों हुई? कहते काम क्रोध लोभ मोह हंकार ईर्खा तृष्णा द्वैस सारे जिहड़े विकार सी, संसार रूप बखाड़ा कठन अखाड़ा सी जिहड़ा, वो मैं जित लिया। है तो बहुत औखा बिखाड़े वाला काम सी, कठन सी अखाड़ा, पर गुरु की किरपा नाल मैं सारे जित के मैं हाँ गोसाई का पहल वानड़ा गुर मिल उच दमालड़ा हो गया।